ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ YouTube ਚੈਨਲ ਖੇਤੀ ਸੂਚਨਾਵਾਂ ਵਿੱਚ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਨਾਲ ਜੁੜ ਰਹੇ ਹਾਂ ਇੱਕ ਨਵਾਂ ਵਿਸ਼ਾ ਲੈ ਕੇ। ਵਿਸ਼ਾ ਹੈ ਬੀਜ ਸੰਬੰਧੀ ਅਤੇ ਵਿਸ਼ੇ ਦੇ ਮਾਹਿਰ ਵਾਸਤੇ ਅੱਜ ਸਾਡੇ ਸਟੂਡੀਓ ਵਿੱਚ ਆਏ ਨੇ ਡਾਕਟਰ ਰੁਪਿੰਦਰ ਸਿੰਘ ਗਿੱਲ, ਖੇਤੀਬਾੜੀ ਵਿਕਾਸ ਅਫਸਰ ਬੀਜ। ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਕਿਸਾਨਾਂ ਨੂੰ ਇਹ ਜਾਣਕਾਰੀ ਦਿਓ ਕਿ ਬੀਜ ਕੀ ਹੁੰਦਾ ਹੈ ਅਤੇ ਚੰਗੇ ਬੀਜ ਦੇ ਕੀ ਗੁਣ ਹੋਣੇ ਚਾਹੀਦੇ ਹਨ। ਜੈਨ ਸਾਹਿਬ, ਸਾਰਿਆਂ ਤੋਂ ਪਹਿਲਾਂ ਇਸ YouTube ਚੈਨਲ ਦੇ ਨਾਲ ਜੁੜੇ ਹੋਏ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਜਿਵੇਂ ਕਿ ਅੱਜ ਆਪਾਂ ਬੀਜ ਦੇ ਸੰਬੰਧ ਦੇ ਵਿੱਚ ਗੱਲਬਾਤ ਕਰਨ ਦੇ ਲਈ ਇੱਥੇ ਇਕੱਠੇ ਹੋਏ ਹਾਂ। ਜੇਕਰ ਆਪਾਂ ਬੀਜ ਦੀ ਗੱਲ ਕਰੀਏ ਤਾਂ ਕਿਸੇ ਵੀ ਫਸਲ ਦਾ ਜਿਹੜਾ ਆਧਾਰ ਹੈ ਉਹ ਬੀਜ ਹੈ। ਜੇਕਰ ਆਪਾਂ ਚੰਗਾ ਬੀਜ ਬੀਜਦੇ ਹਾਂ ਤਾਂ ਆਪਾਂ ਉਹਦੇ ਤੋਂ ਚੰਗੇ ਫਸਲ ਤੇ ਚੰਗੇ ਝਾੜ ਦਾ ਜਿਹੜਾ ਉਹ ਆਸ ਆਪਾਂ ਉਹ ਤੋਂ ਕਰ ਸਕਦੇ ਹਾਂ। ਬੀਜ ਫਸਲ ਦਾ ਉਹ ਭਾਗ ਜਾਂ ਉਹ ਦਾਣਾ ਬੀਜ ਅਖਵਾਉਂਦਾ ਹੈ ਜਿਹੜਾ ਉੱਗਣ ਤੋਂ ਬਾਅਦ ਇੱਕ ਚੰਗੇ ਤੰਦਰੁਸਤ ਨਰੋਏ ਪੌਦੇ ਨੂੰ ਜਨਮ ਦੇਣ ਦੀ ਸਮਰੱਥਾ ਰੱਖਦਾ ਹੋਵੇ। ਸੋ ਚੰਗੇ ਬੀਜ ਦੇ ਗੁਣ ਜੇ ਆਪਾਂ ਗੱਲ ਕਰੀਏ ਤਾਂ ਉਹਦੇ 'ਚ 4-5 ਗੁਣ ਆ ਜਿਹੜੇ ਉਹ ਬੀਜ ਦੇ ਹੋਣੇ ਚਾਹੀਦੇ ਆ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾ ਗੁਣ ਬੀਜ ਦਾ ਇਹੀ ਹੈ ਕਿ ਬੀਜ ਉੱਗਣ ਦੀ ਸ਼ਕਤੀ ਰੱਖਦਾ ਹੋਵੇ। ਉਸ ਤੋਂ ਬਾਅਦ ਬੀਜ ਆ ਜਿਹੜਾ ਉਹ ਬਿਮਾਰੀਆਂ ਤੋਂ ਰਹਿਤ ਹੋਵੇ, ਕੀੜੇ ਮਕੌੜਿਆਂ ਤੋਂ ਰਹਿਤ ਹੋਵੇ ਤੇ ਨਦੀਨਾਂ ਦੇ ਜਿਹੜੇ ਬੀਜ ਆ ਉਹਦੇ ਵਿੱਚ ਨਹੀਂ ਰਲੇ ਹੋਣੇ ਚਾਹੀਦੇ। ਸੋ ਇਹ ਇੱਕ ਚੰਗੇ ਬੀਜ ਦੇ ਗੁਣ ਆ ਜਿਹੜੇ ਉਹ ਹੋਣੇ ਚਾਹੀਦੇ। ਇਸ ਤੋਂ ਬਾਅਦ ਕਿਸਾਨਾਂ ਨੂੰ ਦੱਸਿਆ ਜਾਵੇ ਕਿ ਆਪਾਂ ਚੰਗੇ ਬੀਜ ਦੀ ਤਾਂ ਗੱਲ ਕਰ ਲਈ, ਤੇ ਕਿਸਾਨ ਵੀ ਬੀਜ ਦੀਆਂ ਕੋਈ ਸ਼੍ਰੇਣੀਆਂ ਵੀ ਹੁੰਦੀਆਂ ਹਨ। ਅਗਰ ਜੇਕਰ ਸ਼੍ਰੇਣੀਆਂ ਹੁੰਦੀਆਂ ਹਨ ਤਾਂ ਕਿਸਾਨ ਉਹਨਾਂ ਦੀ ਕਿਸ ਤਰ੍ਹਾਂ ਪਹਿਚਾਣ ਕਰ ਸਕਦੇ ਹਨ? ਬਿਲਕੁਲ ਜੀ, ਬੀਜ ਦੀਆਂ ਸ਼੍ਰੇਣੀਆਂ ਆਪਾਂ ਆਮ ਤੌਰ 'ਤੇ ਸੁਣਦੇ ਹਾਂ, ਬਰੀਡਰ ਸੀਡ, ਫਾਊਂਡੇਸ਼ਨ ਸੀਡ, ਸਰਟੀਫਾਈਡ ਸੀਡ, TL ਸੀਡ। ਇਹਦੇ ਬਾਰੇ ਮੈਂ ਥੋੜਾ ਕਿਸਾਨ ਵੀਰਾਂ ਨੂੰ ਦੱਸਣਾ ਚਾਹੂੰਗਾ ਕਿ ਜਿਹੜਾ ਸਭ ਤੋਂ ਪਹਿਲਾਂ ਬਰੀਡਰ ਬੀਜ ਹੁੰਦਾ। ਬਰੀਡਰ ਬੀਜ ਦੇ ਨਾਲ ਆਮ ਤੌਰ 'ਤੇ ਕਿਸਾਨ ਵੀਰਾਂ ਦਾ ਵਾਹ ਨਹੀਂ ਪੈਂਦਾ, ਕਿਉਂਕਿ ਬਰੀਡਰ ਬੀਜ ਉਹ ਬੀਜ ਹੁੰਦਾ ਜਿਹੜਾ ਯੂਨੀਵਰਸਿਟੀ ਦੇ ਵਿਗਿਆਨਕਾਂ ਦੁਆਰਾ ਆਪਦੇ ਪੱਧਰ ਦੇ ਉੱਤੇ ਖੋਜਾਂ ਤੋਂ ਬਾਅਦ ਜਾਂ ਜਿਹੜੀਆਂ ਬਰੀਡਿੰਗ ਦੀਆਂ ਟੈਕਨੋਲੋਜੀ ਆ ਉਹਨੂੰ ਵਰਤ ਕੇ ਕੁਝ ਬੀਜ ਆ ਜਿਹੜਾ ਉਹ ਤਿਆਰ ਕੀਤਾ ਜਾਂਦਾ, ਉਹ ਬਰੀਡਰ ਬੀਜ ਅਖਵਾਉਂਦਾ। ਉਸ ਤੋਂ ਬਾਅਦ ਬਰੀਡਰ ਬੀਜ ਆ ਜਿਹੜਾ ਉਹ ਅੱਗੇ ਬੀਜ ਕੇ ਬੀਜ ਨੂੰ ਹੋਰ ਵਧਾਇਆ ਜਾਂਦਾ। ਬਰੀਡਰ ਬੀਜ ਨੂੰ ਬੀਜ ਕੇ ਉਸ ਤੋਂ ਫਾਊਂਡੇਸ਼ਨ ਬੀਜ ਆ ਜਿਹੜਾ ਉਹ ਤਿਆਰ ਕੀਤਾ ਜਾਂਦਾ। ਜਿਹੜਾ ਫਾਊਂਡੇਸ਼ਨ ਬੀਜ ਆ ਉਹ ਵੀ ਅੱਗੇ ਆਪਾਂ ਜਿਹੜੀ ਫਸਲਾਂ ਪ੍ਰੋਡਿਊਸ ਕਰਨ ਵਾਸਤੇ ਸਿੱਧੇ ਤੌਰ 'ਤੇ ਨਹੀਂ ਵਰਤਦੇ, ਬਲਕਿ ਫਾਊਂਡੇਸ਼ਨ ਬੀਜ ਨੂੰ ਆਪਾਂ ਅੱਗੇ ਹੋਰ ਬੀਜ ਤਿਆਰ ਕਰਨ ਦੇ ਵਾਸਤੇ ਵਰਤਦੇ ਹਾਂ। ਫਾਊਂਡੇਸ਼ਨ ਬੀਜ ਨੂੰ ਬੀਜ ਕੇ ਜਿਹੜੇ ਬੀਜ ਬਣਾਉਣ ਵਾਲੇ ਅਦਾਰੇ ਆ ਉਹ ਫਾਊਂਡੇਸ਼ਨ ਬੀਜ ਨੂੰ ਬੀਜ ਕੇ ਉਸ ਤੋਂ ਅੱਗੇ ਸਰਟੀਫਾਈਡ ਬੀਜ ਤਿਆਰ ਕਰਦੇ ਆ, ਤੇ ਸਰਟੀਫਾਈਡ ਬੀਜ ਆ ਜਿਹੜਾ ਉਹ ਫਿਰ ਅੱਗੇ ਕਿਸਾਨਾਂ ਦੇ ਬੀਜਣ ਦੇ ਵਾਸਤੇ ਜਿਹੜਾ ਉਹ ਵਰਤਿਆ ਜਾਂਦਾ। ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਇਹਦੀ ਆਪਾਂ ਜਿਹੜੇ ਕਿਸਾਨ ਵੀਰ ਆ ਜਦੋਂ ਬੀਜ ਖਰੀਦਦੇ ਆ ਤਾਂ ਇਹਦੀ ਪਹਿਚਾਣ ਕਿਸ ਤਰ੍ਹਾਂ ਕਰਨ। ਸੋ ਜਦੋਂ ਬੀਜ ਖਰੀਦਣ ਦੇ ਲਈ ਅਸੀਂ ਜਾਂਦੇ ਹਾਂ ਤੇ ਜਿਹੜਾ ਫਾਊਂਡੇਸ਼ਨ ਬੀਜ ਹੈ, ਜੇਕਰ ਆਪਾਂ ਫਾਊਂਡੇਸ਼ਨ ਬੀਜ ਦਾ ਬੈਗ ਦੇਖੀਏ ਤਾਂ ਉਹਦੇ ਉੱਪਰ ਜਿਹੜੀ ਸ਼੍ਰੇਣੀ ਹੈ ਬੀਜ ਦੀ ਉਹ ਫਾਊਂਡੇਸ਼ਨ ਬੀਜ ਉਹਦੇ ਉੱਪਰ ਲਿਖੀ ਹੋਏਗੀ। ਸੋ ਕਿਸਾਨ ਵੀਰਾਂ ਦੇ ਲਈ ਮੈਂ ਇੱਕ ਟੈਗ ਲੈ ਕੇ ਆਇਆ ਜਿਹੜੇ ਪਹਿਚਾਣ ਕਰਨ ਦੇ ਵਿੱਚ ਆਸਾਨੀ ਇਹਨਾਂ ਨੂੰ ਕਰਾਉਣਗੇ। ਫਾਊਂਡੇਸ਼ਨ ਬੀਜ ਦੇ ਉੱਪਰ ਇੱਕ ਚਿੱਟੇ ਰੰਗ ਦਾ ਟੈਗ ਆ ਜਿਹੜਾ ਉਹ ਫਾਊਂਡੇਸ਼ਨ ਬੀਜ ਦੇ ਜਿਹੜੀ ਬੈਗ ਦੀ ਸਿਉਣ ਆ ਉਹਦੇ ਵਿੱਚ ਸਿਉਂਤਾ ਹੋਏਗਾ, ਤੇ ਉਹਦੇ ਪਿੱਛੇ ਇੱਕ ਗ੍ਰੀਨ ਰੰਗ ਦਾ ਜਿਹੜਾ ਇਹਨੂੰ ਅਸੀਂ ਕਾਰਡ ਨੂੰ ਲੇਬਲ ਆਖਦੇ ਹਾਂ, ਇਹ ਲੇਬਲ ਵੀ ਉਸ ਦੇ ਪਿੱਛੇ ਇੱਕ ਲੱਗਾ ਹੋਏਗਾ। ਜਿਹੜਾ ਇਹ ਵਾਈਟ ਕਲਰ ਦਾ ਟੈਗ ਆਪਾਂ ਆਖਦੇ ਹਾਂ ਇਹ ਪੰਜਾਬ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ, ਜੇਕਰ ਬੀਜ ਪੰਜਾਬ ਦਾ ਤਾਂ ਉਹਨਾਂ ਦੁਆਰਾ ਜਾਰੀ ਕੀਤਾ ਹੋਏਗਾ, ਜਾਂ ਜੇ ਕੋਈ ਹੋਰ ਸਟੇਟ ਦਾ ਬੀਜ ਆ ਤਾਂ ਉਹ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ ਵੱਲੋਂ ਇਹ ਜਾਰੀ ਕੀਤਾ ਹੋਏਗਾ। ਇਹਦੇ ਉੱਪਰ ਕਿਸਾਨ ਵੀਰ ਜਾਣਕਾਰੀ ਜ਼ਰੂਰ ਪੜ੍ਹਨ। ਇਹਦੇ ਉੱਪਰ ਲਿਖਿਆ ਹੋਏਗਾ ਇਹ ਬੀਜ ਕਿਹੜਾ ਬੀਜ ਹੈ, ਕਿਹੜੀ ਫਸਲ ਦਾ ਬੀਜ ਹੈ, ਇਹਦੀ ਸ਼੍ਰੇਣੀ ਬੀਜ ਦੀ ਹੈ ਜਿਹੜੀ ਉਹ ਬਰੀਡਰ ਤੋਂ ਫਾਊਂਡੇਸ਼ਨ ਇਹ ਤਿਆਰ ਕੀਤਾ ਹੋਇਆ, ਇਹਦੀ ਕਦੋਂ ਦੀ ਇਸ ਦੀ ਪੈਕਿੰਗ ਆ। ਸੋ ਇਸ ਤਰ੍ਹਾਂ ਦੀ ਜਿਹੜੀ ਸਾਰੀ ਜਾਣਕਾਰੀ ਆ ਉਹ ਇਸ ਦੇ ਉੱਪਰ ਲਿਖੀ ਹੁੰਦੀ ਆ। ਸੋ ਇਹ ਕਿਸਾਨ ਵੀਰ ਜ਼ਰੂਰ ਬੀਜ ਖਰੀਦਦੇ ਸਮੇਂ ਇਸ ਜਾਣਕਾਰੀ ਨੂੰ ਪੜ੍ਹਨ। ਸੋ ਇਸ ਤੋਂ ਬਾਅਦ ਆਪਾਂ ਜਿਸ ਤਰ੍ਹਾਂ ਗੱਲ ਕੀਤੀ ਸੀਗੀ ਸਰਟੀਫਾਈਡ ਬੀਜ ਦੀ। ਸਰਟੀਫਾਈਡ ਬੀਜ ਦੀ ਪਹਿਚਾਣ ਇਹ ਆ ਕਿ ਉਹਦਾ ਜਿਹੜਾ ਬੈਗ ਹੋਏਗਾ ਉਹਦੇ ਉੱਪਰ ਗ੍ਰੀਨ ਕਲਰ ਦਾ ਲੇਬਲ ਤਾਂ ਉਸੇ ਤਰ੍ਹਾਂ ਲੱਗਾ ਹੀ ਹੋਏਗਾ, ਤੇ ਨਾਲ ਉਹ ਨੀਲੇ रंग का जोड़ा अगे टैग है वो लगा होएगा उसे ही स्टेट सीड सर्टिफिकेशन अथॉरिटी वालों जोड़ा जारी किया होंदा। सो जानकारी जिस तरह मैं तुहानू
ਫਾਊਂਡੇਸ਼ਨ ਸੀਡ ਦੇ ਉੱਪਰ ਦੱਸ ਚੁੱਕਿਆ ਹੁਣੇ, ਉਸੇ ਤਰ੍ਹਾਂ ਦੀ ਸਾਰੀ ਜਾਣਕਾਰੀ ਹੈ ਜਿਹੜੀ ਉਹ ਇਸ ਟੈਗ ਦੇ ਉੱਪਰ ਵੀ ਦਰਜ ਹੋਵੇਗੀ। ਜੇਕਰ ਆਪਾਂ ਗੱਲ ਕਰੀਏ ਜਿਹੜਾ ਪਿੱਛੇ ਗ੍ਰੀਨ ਕਲਰ ਦਾ ਲੇਬਲ ਹੈ, ਇਹ ਲੇਬਲ ਜਿਹੜੀ ਸੀਡ ਪ੍ਰੋਡਿਊਸਰ ਫਰਮ ਹੈ, ਜਿਹੜੀ ਫਰਮ ਦੇ ਦੁਆਰਾ ਉਹ ਬੀਜ ਤਿਆਰ ਕੀਤਾ ਜਾ ਰਿਹਾ, ਇਹ ਉਹਦੇ ਦੁਆਰਾ ਆਪਦੇ ਵੱਲੋਂ ਲਗਾਇਆ ਜਾਂਦਾ, ਜਿਹਦੇ ਉੱਪਰ ਫਰਮ ਦਾ ਆਪਣਾ ਨਾਮ ਤੇ ਸਾਰਾ ਬੀਜ ਕਿਸ ਸ਼੍ਰੇਣੀ ਦਾ ਕਿਹੜਾ ਬੀਜ ਹੈ, ਉਹ ਸਾਰੀ ਜਾਣਕਾਰੀ ਇਹਦੇ ਉੱਪਰ ਜਿਹੜੀ ਉਹ ਦਰਜ ਹੋਵੇਗੀ। ਇਸ ਤੋਂ ਬਾਅਦ ਅਗਲੀ ਸ਼੍ਰੇਣੀ ਦੀ ਆਪਾਂ ਗੱਲ ਕੀਤੀ ਸੀ TL ਬੀਜ। TL ਬੀਜ ਨੂੰ ਲੈ ਕੇ ਕਿਸਾਨ ਕਈ ਵਾਰੀ ਸਵਾਲ ਕਰਦੇ ਰਹਿੰਦੇ ਆ। TL ਬੀਜ ਬਿਲਕੁਲ ਸਹੀ ਸ਼ੁੱਧ ਬੀਜ ਹੁੰਦਾ ਹੈ। ਸਿਰਫ ਇਹਦੇ ਵਿੱਚ ਸਰਟੀਫਾਈਡ ਦੇ ਵਿੱਚ ਤੇ TL ਬੀਜ ਦੇ ਵਿੱਚ ਇਹ ਫਰਕ ਹੁੰਦਾ ਹੈ ਕਿ ਸਰਟੀਫਾਈਡ ਬੀਜ ਨੂੰ ਕਿਸੇ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ ਨੇ ਜਿਹੜਾ ਆਪਦੇ ਵੱਲੋਂ ਪ੍ਰਮਾਣਿਤ ਕੀਤਾ ਹੁੰਦਾ, ਜਦੋਂ ਕਿ ਜਿਹੜਾ TL ਬੀਜ ਹੈ ਉਹਦੇ ਉੱਪਰ ਸਿਰਫ ਹਰੇ ਰੰਗ ਦਾ ਇੱਕੋ ਹੀ ਲੇਬਲ ਉਹਦੀ ਸਿਉਣ ਦੇ ਵਿੱਚ ਬੈਗ ਦੇ ਵਿੱਚ ਲੱਗਾ ਹੋਇਆ ਕਿਸਾਨ ਵੀਰਾਂ ਨੂੰ ਮਿਲੇਗਾ। ਉਹਦੇ ਵਿੱਚ ਜਿਹੜੀ ਪ੍ਰੋਡਿਊਸਰ ਫਰਮ ਹੈ ਉਹਦੇ ਵੱਲੋਂ ਸਾਰੀ ਜਿਹੜੀ ਜਾਣਕਾਰੀ ਹੈਗੀ ਆ ਆਪਦੇ ਬੀਜ ਦੇ ਬਾਰੇ, ਉਹ ਸਾਰੀ ਉਹਦੇ ਉੱਪਰ ਸਾਂਝੀ ਕੀਤੀ ਹੋਏਗੀ। ਇਹ ਵੀ ਬਕਾਇਦਾ ਜਿਹੜਾ ਭਾਰਤ ਸਰਕਾਰ ਦੇ ਬੀਜ ਦੇ ਪ੍ਰਮਾਣਨ ਦੇ ਮਾਪਦੰਡ ਆ, ਉਹਨਾਂ ਦੇ ਉੱਪਰ ਇਹ ਜਿਹੜਾ ਬੀਜ ਆ ਸਾਰਾ ਖਰਾ ਉਤਰਦਾ ਹੋਏਗਾ। ਕਿਸਾਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਬੀਜਾਂ ਬਾਰੇ ਜਾਣਕਾਰੀ ਦੇਣ ਲਈ ਸ਼ੁਕਰੀਆ। ਇੱਕ ਵਾਰ ਕਿਸਾਨਾਂ ਨੂੰ ਇਹ ਦੱਸਿਆ ਜਾਵੇ ਕਿ ਬਾਜ਼ਾਰੋਂ ਤਾਂ ਕਿਸਾਨ ਇਹ ਬੀਜ ਖਰੀਦ ਸਕਦੇ ਨੇ, ਕੀ ਕਿਸਾਨ ਆਪਣੇ ਘਰ ਵਿੱਚ ਵੀ ਬੀਜ ਨੂੰ ਤਿਆਰ ਕਰ ਸਕਦੇ ਹਨ ਤੇ ਉਸ ਵਾਸਤੇ ਕਿਹੜੇ ਬੀਜ ਦੀ ਸ਼੍ਰੇਣੀ ਵਾਸਤੇ ਉਹਨੂੰ ਕਿਹੜਾ ਬੀਜ ਖਰੀਦਣਾ ਚਾਹੀਦਾ? ਬਿਲਕੁਲ, ਕਿਸਾਨ ਆਪਦੇ ਪੱਧਰ ਦੇ ਉੱਤੇ ਘਰ ਦੇ ਵਿੱਚ ਵੀ ਬੀਜ ਜਿਹੜਾ ਚੰਗਾ ਸੁਧਰਿਆ ਹੋਇਆ ਬੀਜ ਉਹ ਤਿਆਰ ਕਰ ਸਕਦੇ ਆ। ਇਸ ਦੇ ਲਈ ਕਿਸਾਨ ਕਿਸੇ ਯੂਨੀਵਰਸਿਟੀ ਦੇ ਵਿੱਚੋਂ PAU ਜਿਸ ਤਰ੍ਹਾਂ ਹੈ ਆਪਣੇ ਉਹਦੇ ਤੋਂ, ਜਾਂ ਜਿਹੜੇ ਵੀ ਸੀਡ ਪ੍ਰੋਡਿਊਸ ਕਰਨ ਵਾਲੇ ਅਦਾਰੇ ਹੈਗੇ ਆ, ਉਹਨਾਂ ਤੋਂ ਫਾਊਂਡੇਸ਼ਨ ਬੀਜ ਆ ਜਿਹੜਾ ਉਹ ਖਰੀਦ ਕਰ ਸਕਦੇ ਆ ਆਪਣੀ ਲੋੜ ਦੇ ਮੁਤਾਬਕ, ਤੇ ਉਸ ਨੂੰ ਫਿਰ ਆਪਦੇ ਖੇਤਾਂ ਦੇ ਵਿੱਚ ਬੀਜ ਕੇ ਤੇ ਉਸ ਤੋਂ ਘਰ ਦੇ ਵਿੱਚ ਸੁਧਰਿਆ ਹੋਇਆ ਚੰਗਾ ਬੀਜ ਆਪਦਾ ਕਣਕ ਦਾ, ਝੋਨੇ ਦਾ ਉਹ ਤਿਆਰ ਕਰ ਸਕਦੇ ਆ। ਜੇਕਰ ਆਪਾਂ ਗੱਲ ਕਰੀਏ ਹੁਣ ਜਿਹੜਾ ਜਿਸ ਤਰ੍ਹਾਂ ਸੀਜ਼ਨ ਚੱਲ ਰਿਹਾ, ਆਪਣਾ ਝੋਨੇ ਦੀ ਫਸਲ ਹੈਗੀ ਆ, ਖੇਤ ਦੇ ਵਿੱਚ ਹੈਗੀ ਆ, ਤੇ ਜੇਕਰ ਕਿਸੇ ਕਿਸਾਨ ਨੇ ਬੀਜ ਬਣਾਉਣ ਦੇ ਲਈ ਆਪਣਾ ਫਸਲ ਖੇਤਾਂ ਦੇ ਵਿੱਚ ਬੀਜੀ ਹੋਈ ਹੈ, ਤਾਂ ਉਹ ਆਪਣਾ ਜਿਹੜਾ ਚੰਗਾ ਬੀਜ ਉਹ ਝੋਨੇ ਦੀ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਉਸ ਤੋਂ ਤਿਆਰ ਕਰ ਸਕਦਾ ਹੈ। ਜੇਕਰ ਕਿਸਾਨ ਨੇ ਚੰਗਾ ਸਰਟੀਫਾਈਡ ਬੀਜ ਵੀ ਲੈ ਕੇ ਬੀਜਿਆ ਹੋਇਆ ਤਾਂ ਉਸ ਤੋਂ ਵੀ ਅੱਗੇ ਬੀਜ ਜਿਹੜਾ ਉਹ ਅਗਲੇ ਸਾਲ ਦੇ ਲਈ ਘਰੇ ਤਿਆਰ ਕਰ ਸਕਦਾ। ਉਹਦੇ ਵਿੱਚ ਇੱਕ ਦੋ ਚੀਜ਼ਾਂ ਜਿਹੜੀਆਂ ਕਿਸਾਨ ਵੀਰਾਂ ਨੇ ਕਰਨੀਆਂ, ਉਹ ਇਹ ਹੈ ਕਿ 2 ਵਾਰ ਖੇਤ ਦੀ ਆਪਾਂ ਰੋਗਿੰਗ ਕਰਨੀ ਆ। ਰੋਗਿੰਗ ਦਾ ਮਤਲਬ ਹੈ ਕਿ ਖੇਤ ਦੀ ਸਫਾਈ ਕਰਨੀ ਆ। ਉੱਚੇ ਨੀਵੇਂ ਤੇ ਨਾ ਮੇਲ ਖਾਂਦੇ ਬੂਟੇ ਜਿਹੜੇ ਉਹ ਖੇਤ ਦੇ ਵਿੱਚੋਂ ਕਿਸਾਨ ਵੀਰਾਂ ਨੇ ਕੱਢ ਦੇਣੇ ਆ। ਇਹਨੂੰ ਕੱਢਣ ਦਾ ਸਮਾਂ ਜਿਹੜਾ ਢੁਕਵਾਂ ਸਮਾਂ ਉਹ ਹੁੰਦਾ, ਇੱਕ ਤਾਂ ਵੈਜੀਟੇਟਿਵ ਗਰੋਥ, ਜਿਸ ਤਰ੍ਹਾਂ ਹੁਣ ਆਪਣਾ ਜਿਹੜਾ ਝੋਨੇ ਦੀ ਫਸਲ ਖੇਤਾਂ ਦੇ ਵਿੱਚ ਖੜੀ ਹੈ, ਇੱਕ ਵਾਰੀ ਖੇਤ ਦਾ ਸਰਵੇਖਣ ਕਰਨਾ। ਜੇ ਕੋਈ ਲੱਗ ਰਿਹਾ ਕਿ ਕੋਈ ਉੱਚਾ ਨੀਵਾਂ ਬੂਟਾ ਹੈਗਾ ਜਾਂ ਨਾ ਮੇਲ ਖਾਂਦਾ ਬੂਟਾ, ਤਾਂ ਉਹਨੂੰ ਖੇਤ ਦੇ ਵਿੱਚੋਂ ਆਪਾਂ ਕੱਢ ਦੇਣਾ ਹੈਗਾ। ਤੇ ਇਸ ਤੋਂ ਬਾਅਦ ਅਗਲੀ ਜਿਹੜੀ ਰੋਗਿੰਗ ਆ, ਸਫਾਈ ਆ ਖੇਤ ਦੀ, ਉਹ ਕਰਨੀ ਜਦੋਂ ਝੋਨੇ ਦੀ ਫਸਲ ਨਿਸਰ ਚੁੱਕੀ ਹੋਵੇਗੀ ਤੇ ਪਕਾ ਦੇ ਨੇੜੇ ਆ। ਉਹ ਸਟੇਜ ਦੇ ਉੱਤੇ ਸਾਨੂੰ ਬਹੁਤ ਕਲੀਅਰ ਖੇਤਾਂ ਦੇ ਵਿੱਚ ਦਿਸਣ ਲੱਗ ਜਾਂਦਾ ਕਿ ਜੇ ਕੋਈ ਬੂਟਾ ਸਾਰੀ ਫਸਲ ਦੇ ਨਾਲ ਮੇਲ ਨਹੀਂ ਖਾ ਰਿਹਾ ਤਾਂ ਉਸ ਬੂਟੇ ਨੂੰ ਜੜ ਤੋਂ ਪੱਟਣਾ। ਜੜ ਤੋਂ ਪੱਟਣ ਤੋਂ ਬਾਅਦ ਉਸ ਨੂੰ ਖੇਤ ਦੇ ਵਿੱਚੋਂ ਆਪਾਂ ਬਾਹਰ ਜਿਹੜਾ ਖੇਤ ਦੇ ਵਿੱਚੋਂ ਕੱਢ ਦੇਣਾ ਹੈਗਾ। ਇਸ ਤਰ੍ਹਾਂ ਕਰਕੇ ਆਪਾਂ ਖੇਤ ਦੀ ਸਫਾਈ ਕਰਨੀ ਆ। ਇਸ ਤੋਂ ਇਲਾਵਾ ਜਿਹੜੇ ਰਿਕਮੈਂਡਡ ਆ ਯੂਨੀਵਰਸਿਟੀ ਵੱਲੋਂ ਖਾਦਾਂ ਸਿਫਾਰਿਸ਼ ਅਨੁਸਾਰ, ਦਵਾਈਆਂ ਸਿਫਾਰਿਸ਼ ਅਨੁਸਾਰ ਜਿਹੜੀਆਂ ਆਪਾਂ ਖੇਤ ਦੇ ਵਿੱਚ ਉਹ ਛਿੜਕਾਓ ਉਹਦਾ ਕਰਦੇ ਰਹਿਣਾ। ਤੇ ਇੱਕ ਕਟਾਈ ਵੇਲੇ ਖਾਸ ਖਿਆਲ ਰੱਖਣਾ ਕਿ ਚੰਗਾ ਹੋਵੇ। ਜੇਕਰ ਝੋਨੇ ਦੀ ਫਸਲ ਆਪਾਂ ਬੀਜ ਅੱਗੇ ਵਾਸਤੇ ਤਿਆਰ ਕਰ ਰਹੇ ਹਾਂ ਤਾਂ ਉਹਨੂੰ ਕੁਛ ਹੱਥੀਂ ਵੱਢ ਕੇ ਤੇ ਹੱਥੀਂ ਝਾੜ ਲਿਆ ਜਾਵੇ, ਉਹ ਬਹੁਤ ਵਧੀਆ ਜਿਹੜਾ ਉਸ ਤੋਂ ਆਪਾਂ ਬੀਜ ਤਿਆਰ ਕਰ ਸਕਾਂਗੇ ਜਦੋਂ ਫਸਲ ਚੰਗੀ ਤਰ੍ਹਾਂ ਪੱਕ ਚੁੱਕੀ ਹੋਏਗੀ, ਸੁੱਕ ਚੁੱਕੀ ਹੋਏਗੀ। ਪਰ ਜੇਕਰ ਇਸ ਤਰ੍ਹਾਂ ਦਾ ਆਪਾਂ ਨਹੀਂ ਕਰ ਸਕਦੇਗੇ, ਸਮਾਂ ਇਜਾਜ਼ਤ ਨਹੀਂ ਦਿੰਦਾ ਜਾਂ ਲੇਬਰ ਨਹੀਂ ਮਿਲਦੀ, ਤਾਂ ਉਹਨੂੰ ਆਪਾਂ ਮਸ਼ੀਨ ਦੇ ਨਾਲ ਵੀ, ਕੰਬਾਈਨ ਹਾਰਵੈਸਟਰ ਦੇ ਨਾਲ ਵੀ ਉਸ ਖੇਤ ਨੂੰ ਵੱਢ ਸਕਦੇ ਹਾਂ। ਪਰ ਉਹਦੇ 'ਚ ਖਿਆਲ ਇਹ ਕਰਨਾ ਵੀ ਮਸ਼ੀਨ ਚੰਗੀ ਤਰ੍ਹਾਂ ਸਾਫ਼ ਹੋਵੇ ਤੇ ਖੇਤ ਦਾ ਇੱਕ ਕੰਬਾਈਨ ਦੇ ਕਟਰ ਦਾ ਜਿਹੜਾ ਘੇਰਾ ਉਹ ਕੱਟ ਕੇ ਅਲੱਗ ਰੱਖ ਲੈਣਾ। ਉਹਦੇ ਨਾਲ ਮਸ਼ੀਨ ਵੀ ਸਾਫ਼ ਹੋ ਜਾਏਗੀ ਤੇ ਜਿਹੜਾ ਵਿਚਲਾ ਬਚਦਾ ਖੇਤ ਆ ਉਹਨੂੰ ਮਸ਼ੀਨ ਦੇ ਨਾਲ ਕੱਟ ਕੇ ਅਲੱਗ ਰੱਖ ਲੈਣਾ ਤੇ ਫਸਲ ਨੂੰ ਚੰਗੀ ਤਰ੍ਹਾਂ, ਜਿਹੜਾ ਬੀਜ ਵਾਲੀ ਫਸਲ ਨੂੰ ਆ, ਉਹਨੂੰ ਸੁਕਾਉਣ ਤੋਂ ਬਾਅਦ ਜਿਹੜਾ ਉਹ ਸਟੋਰ ਕਰਨਾ ਚਾਹੀਦਾ। ਸਰ, ਇਹ ਤਾਂ ਤੁਸੀਂ ਦੱਸਤਾ ਵੀ ਕਿਸਾਨ ਬੀਜ ਵੀ ਘਰੇ ਵੀ ਆਪਣੇ ਬੀਜ ਉਗਾ ਸਕਦੇ ਹਨ। ਕਿ ਇਹਨਾਂ ਨੂੰ ਸਟੋਰ ਕਰਕੇ ਰੱਖਣਾ, ਮੰਨ ਲਓ ਬੀਜ ਦਾ ਆਪਾਂ ਇਸ ਸੀਜ਼ਨ ਉਗਾ ਲਿਆ ਪਰ ਬੀਜ ਤਾਂ ਅਗਲੇ ਸੀਜ਼ਨ ਚਾਹੀਦਾ ਹੋਣਾ, ਤਾਂ ਉਹਨਾਂ ਵਾਸਤੇ ਕੁਝ ਸਟੋਰੇਜ ਵਾਸਤੇ ਵੀ ਕੁਝ
ਧਿਆਨ ਦੇਣ ਯੋਗ ਗੱਲਾਂ ਹੋਣ ਤਾਂ ਉਹ ਵੀ ਕਿਸਾਨ ਵੀਰਾਂ ਨੂੰ ਜ਼ਰੂਰ ਦੱਸੀਆਂ ਜਾਣ। ਬਿਲਕੁਲ ਜੀ, ਬੜਾ ਵਧੀਆ ਸਵਾਲ ਹੈ। ਜ਼ਿਆਦਾਤਰ ਮੁਸ਼ਕਲ ਕਿਸਾਨ ਵੀਰਾਂ ਨੂੰ ਇਸੇ ਤੇ ਹੀ ਆਉਂਦੀ ਹੈ ਕਿ ਬੀਜ ਤਿਆਰ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਉਹਦੀ ਸਟੋਰੇਜ ਤੇ ਸਾਂਭ ਸੰਭਾਲ ਆਪਾਂ ਕਿਸ ਤਰ੍ਹਾਂ ਕਰਨੀ ਹੈ। ਸੋ ਝੋਨੇ ਦੀ ਹੀ ਆਪਾਂ ਗੱਲ ਕਰ ਰਹੇ ਹਾਂ, ਝੋਨੇ ਦੀ ਫਸਲ ਦੀ ਗੱਲ ਕਰ ਰਹੇ ਹਾਂ, ਤਾਂ ਉਹਦੇ ਵਿੱਚ ਕੀ ਕਰ ਸਕਦੇ ਕਿਸਾਨ ਵੀਰ? ਸਭ ਤੋਂ ਪਹਿਲਾਂ ਬੀਜ ਨੂੰ ਚੰਗੀ ਤਰ੍ਹਾਂ ਪੱਖਾ ਲਾ ਕੇ ਸਾਫ਼ ਸਫਾਈ ਕਰ ਲੈਣ, ਤੇ ਇਹ ਜਿਹੜੀ ਚੀਜ਼ ਆ ਉਹ ਇਨਸ਼ੋਰ ਕਰਨੀ ਚਾਹੀਦੀ ਆ, ਯਕੀਨੀ ਬਣਾਉਣੀ ਚਾਹੀਦੀ ਹੈ ਕਿ ਬੀਜ ਹਰ ਹਾਲਤ ਦੇ ਵਿੱਚ ਸੁੱਕਾ ਹੋਵੇ। ਉਸ ਤੋਂ ਬਾਅਦ ਅਸੀਂ ਬੀਜ ਨੂੰ ਚੰਗੀ ਤਰ੍ਹਾਂ ਸੁੱਕੇ ਹੋਏ ਬੀਜ ਨੂੰ ਲੋੜ ਅਨੁਸਾਰ ਡਰਮਾਂ ਵਿੱਚ ਪਾ ਕੇ ਜਿਸ ਤਰ੍ਹਾਂ ਘਰ ਦੇ ਵਿੱਚ ਰੱਖ ਸਕਦੇ ਹਾਂ, ਸਟੋਰ ਕਰ ਸਕਦੇ ਹਾਂ, ਜਾਂ ਜਿਹੜੇ ਜੂਟ ਦੇ ਬੈਗ ਆ ਉਹਨਾਂ ਵਿੱਚ ਪਾ ਕੇ ਵੀ ਜਿਹੜਾ ਬੀਜ ਆ ਉਹਨਾਂ ਨੂੰ ਸਟੋਰ ਕੀਤਾ ਜਾ ਸਕਦਾ। ਤੇ ਇਹਦੇ ਵਿੱਚ ਆਮ ਤੌਰ ਤੇ ਚੂਹਿਆਂ ਵਗੈਰਾ ਤੋਂ ਸਾਨੂੰ ਬਚਾਉਣ ਦੀ ਲੋੜ ਹੁੰਦੀ ਆ, ਚੂਹਿਆਂ ਵਾਲੀ ਦਵਾਈ ਪਾ ਦੇਣੀ ਚਾਹੀਦੀ ਆ, ਜਾਂ ਕੋਈ ਤਰਪਾਲ ਵਗੈਰਾ ਦੇ ਨਾਲ ਬੀਜ ਨੂੰ ਇੱਕ ਵਾਰੀ ਢੱਕ ਕੇ ਰੱਖ ਦੇਣਾ ਚਾਹੀਦਾ। ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ ਚਾਹੀਦਾ ਕਿ ਜਿਹੜਾ ਬੀਜ ਹੈ, ਬੀਜ ਜੇ ਬੋਰੀਆਂ ਦੇ ਵਿੱਚ ਜੂਟ ਬੈਗ ਦੇ ਵਿੱਚ ਪਾ ਕੇ ਤੇ ਸਟੋਰ ਕੀਤਾ ਜਾ ਰਿਹਾ ਤਾਂ ਉਹਦੇ ਹੇਠਾਂ ਕਰੇਟ ਲੱਕੜ ਦੇ ਲਾ ਲਏ ਜਾਣ। ਜੇਕਰ ਕਰੇਟ ਨਹੀਂ ਤਾਂ ਜਿਸ ਤਰ੍ਹਾਂ ਕੋਈ ਸਫੈਦਾ ਜਾਂ ਕੋਈ ਲੱਕੜ ਦੇ ਬਾਲੇ ਆ ਉਹ ਜ਼ਰੂਰ ਹੇਠਾਂ ਰੱਖ ਲਏ ਜਾਣ। ਉਹਦੇ ਉੱਤੇ ਬੀਜ ਦੇ ਜਿਹੜੇ ਬੈਗ ਆ ਉਹਨਾਂ ਨੂੰ ਸਟੋਰ ਕੀਤਾ ਜਾਵੇ। ਤੇ ਇੱਕ ਚੀਜ਼ ਦਾ ਹੋਰ ਖਿਆਲ ਰੱਖਿਆ ਜਾਵੇ ਕਿ ਜਿਹੜਾ ਬੀਜ ਆ ਉਹਨੂੰ ਕੰਧ ਨਾਲੋਂ ਘੱਟੋ ਘੱਟ 1.5 ਜਾਂ 2 ਫੁੱਟ ਦੀ ਦੂਰੀ ਤੇ ਰੱਖਿਆ ਜਾਵੇ ਤਾਂ ਕਿ ਚਾਰੇ ਪਾਸੇ ਫਿਰ ਤੁਰ ਕੇ ਬੀਜ ਦੀ ਅਸੀਂ ਇਨਸਪੈਕਸ਼ਨ ਕਰ ਸਕੀਏ। ਤੇ ਲੋੜ ਅਨੁਸਾਰ ਜੇਕਰ ਕੋਈ ਉਹਦੇ ਤੇ ਕੀੜਾ ਮਕੌੜਾ ਆਉਂਦਾ ਤਾਂ ਉਹਦੇ ਉੱਤੇ ਤਰਪਾਲ ਪਾ ਕੇ ਤੇ ਇੱਕ ਦਵਾਈ ਜਿਹੜੀ ਅਲਮੀਨੀਅਮ ਫਾਸਫਾਈਡ ਨਾਂ ਦੀ ਦਵਾਈ ਆ, ਸਲਫਾਸ ਦੇ ਨਾਂ ਤੇ ਆਪਾਂ ਜਾਣਦੇ ਹਾਂ, ਅੱਜ ਕੱਲ੍ਹ ਪਾਊਚ ਮਿਲਦੇ ਆ ਬਾਜ਼ਾਰ ਦੇ ਵਿੱਚੋਂ, ਉਹਨਾਂ ਨੂੰ ਪ੍ਰਤੀ 10 ਕੁਆਂਟਲ ਬੀਜ ਆਪਾਂ 3.3 ਗ੍ਰਾਮ ਜਿਹੜੀ ਦਵਾਈ ਆ ਉਹ ਪਾ ਕੇ ਤੇ ਉਹਦੀ ਫਿਊਮੀਗੇਸ਼ਨ ਕਰ ਸਕਦੇ। ਉਹਦੇ ਨਾਲ ਕੀੜੇ ਮਕੌੜੇ ਜਿਹੜੇ ਉਹਦੇ ਚੋਂ ਬੀਜ ਚੋਂ ਖਤਮ ਹੋ ਜਾਂਦੇ ਆ। ਫਿਊਮੀਗੇਸ਼ਨ ਦੀ ਵਿਧੀ ਇਸ ਤਰ੍ਹਾਂ ਹੁੰਦੀ ਹੈ ਕਿ ਬੀਜ ਦੀਆਂ ਬੋਰੀਆਂ ਦੇ ਵਿੱਚ ਲੋੜ ਅਨੁਸਾਰ ਦਵਾਈ ਰੱਖ ਕੇ ਉੱਪਰੋਂ ਤਰਪਾਲ ਨਾਲ ਬੀਜ ਨੂੰ ਚਾਰੇ ਪਾਸਿਓਂ ਢੱਕ ਕੇ ਤੇ ਚਾਰੇ ਪਾਸੇ ਉਹਦੇ ਮਿੱਟੀ ਦੇ ਨਾਲ ਤਰਪਾਲ ਨੂੰ ਦੱਬ ਦੇਣਾ। 72 ਘੰਟੇ ਆਪਾਂ ਇਸ ਤਰ੍ਹਾਂ ਕਰਕੇ ਬੀਜ ਨੂੰ ਰੱਖਣਾ ਹੈਗਾ ਤੇ ਉਸ ਤੋਂ ਬਾਅਦ ਤਰਪਾਲ ਨੂੰ ਚੱਕ ਦੇਣਾ। ਇਸ ਤਰੀਕੇ ਦੇ ਨਾਲ ਬੀਜ ਆ ਜਿਹੜਾ ਉਹ ਕੀੜੇ ਮਕੌੜਿਆਂ ਤੋਂ ਬਚਿਆ ਰਹਿ ਸਕਦਾ। ਡਾਕਟਰ ਸਾਹਿਬ, ਇਹ ਵੀ ਤੁਸੀਂ ਦੱਸਤਾ ਕਿਸਾਨਾਂ ਨੂੰ ਵੀ ਬੀਜ ਨੂੰ ਆਪਾਂ ਕਿਵੇਂ ਸਾਂਭ ਸੰਭਾਲ ਰੱਖਣੀ ਹੈ। ਹੁਣ ਇਹ ਦੱਸਿਆ ਜਾਵੇ ਕਿਸਾਨਾਂ ਨੂੰ ਕਿ ਮੰਨ ਲਓ ਬੀਜ ਤਾਂ ਕਿਸਾਨਾਂ ਨੇ ਤਿਆਰ ਕਰ ਲਿਆ, ਕਿਸਾਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਇਹ ਬੀਜ ਜਿਹੜਾ ਤਿਆਰ ਹੋਇਆ ਇਹ ਠੀਕ ਹੈ ਨਹੀਂ? ਕਿ ਬੀਜ ਦੀ ਉਗਣ ਸ਼ਕਤੀ ਦੇ ਵੀ ਕੋਈ ਟੈਸਟ ਹੁੰਦੇ ਨੇ? ਕਿਵੇਂ ਹੁੰਦੇ ਨੇ? ਕਿਸਾਨ ਕਿਵੇਂ ਜਾਣ ਸਕਦੇ ਨੇ? ਇਸ ਬਾਰੇ ਥੋੜਾ ਜਾਣਕਾਰੀ ਦਿਓ। ਬਿਲਕੁਲ ਜੀ, ਘਰੇਲੂ ਪੱਧਰ ਦੇ ਉੱਤੇ ਕਿਸਾਨਾਂ ਨੇ ਜਿਹੜਾ ਬੀਜ ਖੁਦ ਤਿਆਰ ਕੀਤਾ ਹੋਇਆ ਉਹਨੂੰ ਉਹ ਘਰੇ ਹੀ ਉਹਦੀ ਉਗਣ ਸ਼ਕਤੀ ਨੂੰ ਜਿਹੜਾ ਪਰਖ ਸਕਦੇ ਆ। ਇਹਦੇ ਲਈ ਇੱਕ ਸਿੰਪਲ ਜਿਹਾ ਮੈਥਡ ਹੈ ਕਿ ਇੱਕ ਸਾਫ਼ ਸੁਥਰਾ ਕੱਪੜਾ ਲੈ ਲੈਣਾ ਚਾਹੀਦਾ। ਕੱਪੜੇ ਨੂੰ ਗਿੱਲਾ ਕਰਕੇ ਉਸ ਦੀਆਂ ਤਹਿਆਂ ਬਣਾ ਲੈਣੀਆਂ ਚਾਹੀਦੀਆਂ। ਤਹਿਆਂ ਦੇ ਵਿੱਚ ਗਿਣ ਕੇ ਜਿਹੜੀ ਫਸਲ ਦਾ ਵੀ ਬੀਜ ਆਪਾਂ ਉਹਦੀ ਉਗਣ ਸ਼ਕਤੀ ਪਰਖਣੀ ਚਾਹੁੰਦੇ ਆ ਉਹਨੂੰ ਬੀਜ ਨੂੰ ਗਿਣ ਕੇ ਉਸ ਬੀਜ ਦੇ ਦਾਣੇ ਉਹਦੇ ਉੱਪਰ ਰੱਖ ਦੇਣੇ ਆ। 100 ਦਾਣਾ ਆਪਾਂ ਗਿਣ ਕੇ ਉਸ ਬੀਜ ਦਾ ਰੱਖ ਕੇ ਤੇ ਉਸੇ ਹੀ ਤਹਿ ਦੂਸਰੀ ਤਹਿ ਦੇ ਨਾਲ ਉਸ ਬੀਜ ਨੂੰ ਆਪਾਂ ਢੱਕ ਦੇਣਾ ਤੇ ਉਹਦੇ ਉੱਤੇ ਪਾਣੀ ਦਾ ਛਿੜਕਾਓ ਕਰ ਦੇਣਾ। ਉਸ ਤੋਂ ਬਾਅਦ ਆਪਾਂ ਮੌਸਮ ਦੇ ਅਨੁਸਾਰ 3 ਜਾਂ 4 ਦਿਨਾਂ ਬਾਅਦ ਉਸ ਬੀਜ ਨੂੰ ਜਿਹੜਾ ਹੈਗਾ ਆਪਾਂ ਦੇਖਣਾ। ਜੇਕਰ ਮੈਂ ਤੁਹਾਨੂੰ ਵੱਖ-ਵੱਖ ਫਸਲਾਂ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਉੱਗੇ ਹੋਏ ਦਾਣਿਆਂ ਨੂੰ ਆਪਾਂ ਗਿਣਤੀ ਕਰ ਲੈਣੀ ਹੈ। ਜੇਕਰ ਆਪਾਂ ਝੋਨੇ ਦੀ ਫਸਲ ਦੀ ਗੱਲ ਕਰੀਏ ਤਾਂ 100 ਵਿੱਚੋਂ ਜੇਕਰ 80 ਦਾਣੇ ਉੱਗੇ ਹਨ ਤਾਂ ਉਹ ਆਪਣਾ ਬੀਜ ਬਿਲਕੁਲ ਠੀਕ ਹੈ, ਤੰਦਰੁਸਤ ਬੀਜ ਹੈ। ਘੱਟ ਤੋਂ ਘੱਟ 80 ਦਾਣੇ ਉਹਦੇ ਵਿੱਚ ਉੱਗਣੇ ਜ਼ਰੂਰੀ ਹੈ। ਜੇਕਰ ਕਣਕ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਘੱਟ ਤੋਂ ਘੱਟ 85 ਦਾਣੇ ਜਿਹੜੇ ਉੱਗਣੇ ਜ਼ਰੂਰੀ ਆ। ਇਸੇ ਤਰ੍ਹਾਂ ਜੇਕਰ ਕਿਸਾਨ ਵੀਰ ਮੱਕੀ ਦਾ ਵੀ ਬੀਜ ਕਿਤੋਂ ਲੈ ਕੇ ਆਏ ਆ, ਹਾਈਬ੍ਰਿਡ ਬੀਜ ਬਾਹਰੋਂ ਖਰੀਦ ਕੇ ਲੈ ਕੇ ਆਏ ਆ, ਉਹਨੂੰ ਉਹ ਪਰਖਣਾ ਚਾਹੁੰਦੇ ਆ ਤਾਂ ਉਹਦੇ ਵਿੱਚ ਘੱਟ ਤੋਂ ਘੱਟ 90 ਦਾਣੇ ਜਿਹੜੇ 100 ਦੇ ਵਿੱਚੋਂ ਉੱਗਣੇ ਚੰਗੇ ਬੀਜ ਦੇ ਜ਼ਰੂਰੀ ਆ। ਇਸੇ ਤਰ੍ਹਾਂ ਜੇ ਦਾਲਾਂ ਦੀ ਗੱਲ ਕਰੀਏ ਤਾਂ ਵੱਖ-ਵੱਖ ਦਾਲਾਂ ਦੇ ਵਿੱਚ ਘੱਟ ਤੋਂ ਘੱਟ 75 ਦਾਣੇ ਜਿਹੜੇ ਦਾਲਾਂ ਦੇ ਉੱਗਣੇ ਜ਼ਰੂਰੀ ਆ। ਸੋ ਇਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਵੀਰ ਆ ਉਹ ਘਰੇ ਹੀ ਆਪਣੇ ਜਿਹੜਾ ਬੀਜ ਆ ਉਹਦੀ ਉੱਗਣ ਸ਼ਕਤੀ ਨੂੰ ਪਰਖ ਕਰ ਸਕਦੇ ਆ। ਇਹ ਸੀਗਾ ਜੀ ਅੱਜ ਦਾ ਟੌਪਿਕ, ਤੇ ਅੱਜ ਤੁਹਾਨੂੰ ਦੱਸਿਆ ਗਿਆ ਕਿ ਬੀਜ ਕੀ ਹੁੰਦੇ ਨੇ, ਉਹਨਾਂ ਨੂੰ ਕਿਵੇਂ ਘਰੇ ਉਗਾਇਆ ਜਾ ਸਕਦਾ ਹੈ, ਉਹਨਾਂ ਦੀ ਕੀ ਸ਼੍ਰੇਣੀਆਂ ਹੁੰਦੀਆਂ ਤੇ ਕਿਵੇਂ ਸਟੋਰ ਕੀਤਾ ਜਾ ਸਕਦਾ ਹੈ ਤੇ ਆਪਾਂ ਉਹਦੀ ਉਗਣ ਸ਼ਕਤੀ ਕਿਵੇਂ ਦੇਖ ਸਕਦੇ ਹਾਂ। ਮੈਂ ਉਮੀਦ ਕਰਦਾ ਕਿ ਇਹ ਵੀਡੀਓ ਤੁਸੀਂ ਆਪਣੇ ਕਿਸਾਨ ਹੋਰ ਭਰਾਵਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਾਂਗੇ ਅਤੇ ਉਹਨਾਂ ਨੂੰ ਵੀ ਇਸ ਵਿਸ਼ੇ ਬਾਰੇ ਜਾਣਕਾਰੀ ਜਾਣਨ ਦਾ ਮੌਕਾ ਮਿਲੇਗਾ। ਧੰਨਵਾਦ।